DRG Kids। ਕਹਾਣੀ ਕਮਚੋਰ। ਕਿਸੇ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ। ਉਹ ਬਹੁਤ ਹੀ ਆਲਸੀ ਤੇ ਕਮਚੋਰ ਸੀ। ਮਾਂ ਪਿਓ ਨੇ ਉਹਦਾ ਨਾਂ ਕਰਮਵੀਰ ਰੱਖਿਆ ਸੀ, ਪਰ ਕਰਮਵੀਰ ਕੋਈ ਕਰਮ ਨਹੀਂ ਕਰਦਾ ਸੀ। ਹਾਏ ਪੁੱਤਰ ਕਰਮਵੀਰ, ਤੂੰ ਕੋਈ ਕੰਮ ਕਿਉਂ ਨਹੀਂ ਕਰਦਾ? ਵੇਖ ਤੇਰੇ ਸਾਰੇ ਦੋਸਤ ਕੁਛ ਨਾ ਕੁਛ ਕੰਮ ਕਰਦੇ ਨੇ। ਮਾਂ, ਮੈਨੂੰ ਪਹਿਲਾਂ ਕੰਮ ਕਰਨ ਦੀ ਕੀ ਲੋੜ ਹੈ? ਮੇਰੇ ਪਿਓ ਦਾਦਿਆਂ ਨੇ ਇੰਨੀ ਜਾਇਦਾਦ ਛੱਡੀ ਆ ਨਾ ਮੇਰੇ ਲਈ। ਪਰ ਪੁੱਤਰ ਇਹ ਦੌਲਤ ਕਦੋਂ ਤੱਕ ਚੱਲੇਗੀ? ਇੱਕ ਨਾ ਇੱਕ ਦਿਨ ਤੇ ਤੈਨੂੰ ਕੋਈ ਕੰਮ ਕਰਨਾ ਹੀ ਪਵੇਗਾ ਨਾ। ਉਹ ਦਿਨ ਕਦੀ ਨਹੀਂ ਆਊਗਾ। ਮੈਂ ਤੇ ਘਰ ਬਹਿ ਕੇ ਖਾਵਾਂਗਾ। ਇਹ ਕਹਿ ਕੇ ਕਰਮਵੀਰ ਉੱਥੋਂ ਨਿਕਲ ਕੇ ਆਪਣੇ ਦੋਸਤ ਪਸ਼ੂਪਤੀ ਦੇ ਘਰ ਜਾਂਦਾ ਹੈ। ਕਹਿਣ ਨੂੰ ਤਾਂ ਪਸ਼ੂਪਤੀ ਉਹਦਾ ਦੋਸਤ ਸੀ, ਪਰ ਉਹ ਕਰਮਵੀਰ ਤੋਂ ਬਹੁਤ ਸੜਦਾ ਸੀ। ਆਜਾ ਕਰਮਵੀਰ, ਅੱਜ ਕਿਹੜੀ ਕਹਾਣੀ ਸੁਣਾਉਣ ਲਈ ਆਇਆ ਹੈ? ਮੇਰੇ ਯਾਰਾ, ਤੂੰ ਇਹ ਕੀ ਕਹਿੰਦਾ ਪਿਆ ਏ? ਮੈਂ ਭਲਾ ਤੈਨੂੰ ਕਦੋਂ ਕਹਾਣੀ ਸੁਣਾਈ ਏ? ਓਹੋ, ਮੈਂ ਤਾਂ ਬਸ ਤੇਰੇ ਨਾਲ ਐਵੇਂ ਹੀ ਹਾਸਾ ਠਹਾਕਾ ਕਰਦਾ ਪਿਆ ਸੀ। ਤੂੰ ਭਲਾ ਕਦੋਂ ਕਹਾਣੀ ਸੁਣਾਈ ਹੈ? ਤੂੰ ਤੇ ਹਮੇਸ਼ਾ ਸੱਚ ਹੀ ਬੋਲਣਾ ਹੈ। ਹਾਂ, ਤੇ ਮੈਂ ਵੀ ਉਹੀ ਕਹਿ ਰਿਹਾ। ਅੱਛਾ, ਤੈਨੂੰ ਇੱਕ ਗੱਲ ਦੱਸਣੀ ਹੈ ਜੋ ਮੈਂ ਅੱਜ ਤੱਕ ਤੈਨੂੰ ਨਹੀਂ ਦੱਸੀ। ਕਿਹੜੀ ਗੱਲ ਹੈ? ਯਾਰਾ, ਮੈਂ ਨਾ ਪਿਛਲੇ ਜਨਮ ਵਿੱਚ ਰਾਜਾ ਸੀ। ਬੜਾ ਹੀ ਹੁਨਾਰ ਤੇ ਸ਼ਕਤੀਸ਼ਾਲੀ ਰਾਜਾ। ਬੜਾ ਵੱਡਾ ਖਜ਼ਾਨਾ ਸੀ ਮੇਰੇ ਕੋਲ। ਪਰ ਮੇਰੇ ਮੰਤਰੀ ਨੇ ਮੇਰੇ ਨਾਲ ਗੱਦਾਰੀ ਕੀਤੀ ਤੇ ਦੂਸਰੇ ਰਾਜ ਦੇ ਰਾਜੇ ਦੇ ਨਾਲ ਮਿਲ ਕੇ ਮੇਰਾ ਕਤਲ ਕਰਵਾ ਦਿੱਤਾ ਸੀ। ਸੋਚਦੇ ਹੋਏ ਕਿ ਹੁਣ ਇਹ ਕਿਹੜਾ ਨਵਾਂ ਨਾਟਕ ਹੈ। ਪਰ ਤੈਨੂੰ ਪਿਛਲੇ ਜਨਮ ਦੀ ਗੱਲ ਕਿਵੇਂ ਪਤਾ ਹੈ? ਇਹ ਤੇ ਅਚੰਭੇ ਵਾਲੀ ਗੱਲ ਹੈ। ਮੈਂ ਚਮਤਕਾਰੀ ਬੱਚਾ ਸੀ। ਮੈਂ ਤੇ ਜਨਮ ਲੈਂਦੇ ਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ। ਅੱਛਾ, ਹਾਂ, ਹੋ ਸਕਦਾ ਹੈ ਜੇ ਤੂੰ ਕਹਿ ਰਿਹਾ ਹੈ ਤੇ। ਚੱਲ ਯਾਰ, ਫਿਰ ਮੈਂ ਚੱਲਦਾ ਹਾਂ। ਚੰਗਾ। ਕਰਮਵੀਰ ਉੱਥੋਂ ਚਲਾ ਜਾਂਦਾ ਹੈ ਤੇ ਪਸ਼ੂਪਤੀ ਇਹ ਸੋਚ ਰਿਹਾ ਹੁੰਦਾ ਹੈ ਕਿ ਇਹ ਇੰਨਾ ਝੁੱਟ ਕਿਵੇਂ ਬੋਲ ਲੈਂਦਾ ਹੈ। ਉਹ ਕਰਮਵੀਰ ਨੂੰ ਬਸ ਜਾਂਦੇ ਹੋਏ ਵੇਖਦਾ ਹੀ ਰਹਿੰਦਾ ਹੈ। ਇਸ ਤਰ੍ਹਾਂ ਕੁਝ ਦਿਨ ਬੀਤ ਜਾਂਦੇ ਨੇ, ਪਰ ਕਹਿੰਦੇ ਨੇ ਕਿ ਬੈਠੇ ਬੈਠੇ ਤੇ ਕੂਏ ਵੀ ਖਾਲੀ ਹੋ ਜਾਂਦੇ ਨੇ। ਫਿਰ ਭਲਾ ਪਿਓ ਦਾਦੇ ਦੀ ਜਾਇਦਾਦ ਕਦੋਂ ਤੱਕ ਚਲਦੀ? ਹੌਲੇ ਹੌਲੇ ਸਾਰੀ ਦੌਲਤ ਖਤਮ ਹੋ ਗਈ ਤੇ ਕਰਮਵੀਰ ਦੀ ਮਾਂ ਦੀ ਤਬੀਅਤ ਵੀ ਵਿਗੜਦੀ ਚਲੀ ਗਈ। ਪੁੱਤਰ, ਹੁਣ ਸਾਡੇ ਕੋਲ ਕੁਝ ਵੀ ਨਹੀਂ ਬਚਿਆ। ਜੋ ਕੁਝ ਵੀ ਤੇਰੇ ਪਿਤਾ ਜੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਬਣਾਇਆ ਸੀ, ਉਹ ਸਭ ਖਤਮ ਹੋ ਗਿਆ। ਪਰ ਇੰਨੀ ਛੇਤੀ ਸਾਰਾ ਕੁਝ ਕਿਵੇਂ ਖਤਮ ਹੋ ਗਿਆ? ਸਾਡੇ ਕੋਲ ਤੇ ਬੜੀ ਸਾਰੀ ਜਾਇਦਾਦ ਸੀ। ਪੁੱਤਰ, ਦੌਲਤ ਭਾਵੇਂ ਜਿੰਨੀ ਵੀ ਹੋਵੇ, ਪਰ ਜੇ ਉਹਨੂੰ ਬਚਾਇਆ ਨਾ ਜਾਵੇ ਤੇ ਇੱਕ ਦਿਨ ਜ਼ਰੂਰ ਖਤਮ ਹੋ ਜਾਂਦੀ ਹੈ। ਹਾਏ ਓਏ, ਮੈਂ ਤੇ ਸੋਚਿਆ ਸੀ ਕਿ ਪੂਰੀ ਜ਼ਿੰਦਗੀ ਮੈਨੂੰ ਕੋਈ ਕੰਮ ਨਹੀਂ ਕਰਨਾ ਪਊਗਾ ਤੇ ਮੈਂ ਘਰ ਬਹਿ ਕੇ ਬਿਨਾਂ ਕੋਈ ਕੰਮ ਕੀਤੇ ਬੜੇ ਆਰਾਮ ਨਾਲ ਜ਼ਿੰਦਗੀ ਬਿਤਾਵਾਂਗਾ। ਮੈਂ ਤੈਨੂੰ ਬਹੁਤ ਸਮਝਾਇਆ ਸੀ, ਪਰ ਤੂੰ ਮੇਰੀ ਕਥੀ ਨਹੀਂ ਸੁਣੀ। ਜੇ ਤੂੰ ਕੋਈ ਕੰਮ ਕਰਦਾ ਤੇ ਅੱਜ ਇਹ ਦਿਨ ਨਾ ਵੇਖਣਾ ਪੈਂਦਾ ਸਾਨੂੰ। ਮੈਂ ਹੁਣ ਪੁੱਠੀ ਹੋ ਚੁੱਕੀ ਹਾਂ ਤੇ ਬਿਮਾਰ ਵੀ। ਜ਼ਿਆਦਾ ਸਮਾਂ ਹੁਣ ਮੈਂ ਜਿਉਂਦੀ ਨਹੀਂ ਰਹਿਣਾ ਹੈ ਪੁੱਤਰ। ਮਾਂ, ਐਦਾਂ ਨਾ ਬੋਲ। ਜੇ ਤੈਨੂੰ ਕੁਝ ਹੋ ਗਿਆ ਤੇ ਮੈਂ ਇਕੱਲਾ ਕਿਸ ਤਰ੍ਹਾਂ ਰਵਾਂਗਾ? ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਫਿਰ ਮਜਬੂਰੀ ਵਿੱਚ ਕਰਮਵੀਰ ਨੂੰ ਘਰੋਂ ਨਿਕਲਣਾ ਹੀ ਪਿਆ, ਰੋਜ਼ੀ ਰੋਟੀ ਦੀ ਤਲਾਸ਼ ਵਿੱਚ। ਰਾਸਤੇ ਵਿੱਚ ਉਹਨੂੰ ਖਿਆਲ ਆਂਦਾ ਹੈ। ਉਹਨੇ ਸੋਚਿਆ ਪਸ਼ੂਪਤੀ ਦੀ ਮਦਦ ਲਿੱਤੀ ਜਾਵੇ। ਇਹੀ ਸੋਚ ਕੇ ਉਹ ਆਪਣੇ ਦੋਸਤ ਪਸ਼ੂਪਤੀ ਦੇ ਕੋਲ ਗਿਆ। ਆਜਾ ਕਰਮਵੀਰ, ਅੱਜ ਕਿਸ ਤਰ੍ਹਾਂ ਆਉਣਾ ਹੋਇਆ? ਦੋਸਤ, ਅੱਜ ਮੈਨੂੰ ਤੇਰੀ ਮਦਦ ਦੀ ਬਹੁਤ ਲੋੜ ਹੈ। ਕਿਹੜੀ ਮਦਦ? ਮੈਂ ਭਲਾ ਤੇਰੇ ਲਈ ਕੀ ਕਰ ਸਕਣਾ? ਮੇਰੀ ਸਾਰੀ ਦੌਲਤ ਖਤਮ ਹੋ ਗਈ ਹੈ। ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ। ਕੀ ਤੂੰ ਮੈਨੂੰ ਕੁਝ ਪੈਸੇ ਦੇ ਸਕਦਾ ਹੈ? ਮੈਂ ਤੈਨੂੰ ਵਾਪਸ ਕਰ ਦਵਾਂਗਾ। ਤੈਨੂੰ ਦੇਣ ਦੇ ਲਈ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ। ਮੈਂ ਤਾਂ ਇੱਕ ਗਰੀਬ ਲੋਹਾਰ ਹਾਂ। ਲੋਹਾ ਪਿੱਟ ਕੇ ਜੋ ਵੀ ਪੈਸਾ ਮਿਲਦਾ ਹੈ, ਉਸ ਦੇ ਨਾਲ ਬਸ 2 ਵੇਲੇ ਦੀ ਰੋਟੀ ਜੁਟਾ ਪਾਉਣਾ। ਮਤਲਬ ਤੂੰ ਮੇਰੀ ਮਦਦ ਨਹੀਂ ਕਰੇਂਗਾ? ਨਹੀਂ, ਮੈਂ ਤਾਂ ਤੇਰੀ ਕੋਈ ਵੀ ਮਦਦ ਨਹੀਂ ਕਰ ਸਕਦਾ। ਤੇ ਵੈਸੇ ਵੀ ਤੂੰ ਪਿਛਲੇ ਜਨਮ ਵਿੱਚ ਰਾਜਾ ਸੀ ਨਾ, ਤੇ ਜਾਂ ਫਿਰ ਆਪਣੇ ਰਾਜ ਮਹਿਲ ਵਿੱਚ ਉੱਥੇ ਕੋਈ ਨਾ ਕੋਈ ਖਜ਼ਾਨਾ ਹੋਊਗਾ। ਇਹ ਸੁਣ ਕੇ ਕਰਮਵੀਰ ਉੱਥੋਂ ਚਲਾ ਜਾਂਦਾ ਹੈ। ਪਸ਼ੂਪਤੀ ਮਨ ਹੀ ਮਨ ਬਹੁਤ ਖੁਸ਼ ਹੁੰਦਾ ਹੈ। ਕਰਮਵੀਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ, ਕਿੱਥੇ ਜਾਵੇ। ਉਹ ਬਸ ਟੁਰਦਾ ਹੀ ਜਾ ਰਿਹਾ ਸੀ, ਇੱਕ ਪਿੰਡ ਤੋਂ ਦੂਜੇ ਪਿੰਡ। ਚਲਦੇ ਚਲਦੇ ਆਖਰ ਉਹ ਰਾਜ ਮਹਿਲ ਦੇ ਕੋਲ ਪਹੁੰਚਿਆ। ਰਾਜ ਮਹਿਲ ਤੇ ਨੇੜੇ ਹੀ ਹੈ। ਹੁਣ ਮੈਂ ਸਿੱਧਾ ਮਹਾਰਾਜ ਦੇ ਕੋਲ ਜਾ ਕੇ ਕੰਮ ਮੰਗਦਾ। ਇਹ ਸੋਚ ਕੇ ਉਹ ਰਾਜ ਦਰਬਾਰ ਵੱਲ ਵਧਿਆ। ਕਰਮਵੀਰ ਦੀ ਇੱਕ ਖੂਬੀ ਸੀ, ਉਹ 1 ਨੰਬਰ ਦਾ ਫੇਂਕੂ ਸੀ। ਇੰਨੀਆਂ ਲੰਮੀਆਂ ਲੰਮੀਆਂ ਗੱਲਾਂ ਕਰਦਾ ਸੀ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਏ। ਉਹ ਰਾਜ ਦਰਬਾਰ ਪਹੁੰਚ ਕੇ ਮਹਾਰਾਜ ਦੇ ਸਾਹਮਣੇ ਹਾਜ਼ਰ ਹੋਇਆ। ਮਹਾਰਾਜ, ਮੈਨੂੰ ਨੌਕਰੀ ਤੇ ਰੱਖ ਲਵੋ। ਸਰ ਤੋਂ ਪੈਰਾਂ ਤੱਕ ਚੰਗੀ ਤਰ੍ਹਾਂ ਵੇਖ ਕੇ ਕਿਹਾ, ਕੀ ਕੰਮ ਆਣਦਾ ਹੈ? ਲੰਮੀ ਹਾਂਕਦੇ ਹੋਏ, ਜੋ ਕੋਈ ਨਾ ਕਰੇ ਉਹ ਕੰਮ ਬੰਦਾ ਕਰਦਾ ਹੈ।
ਰਾਜੇ ਨੇ ਆਪਣੇ ਦਰਬਾਰੀਆਂ ਵੱਲ ਵੇਖਿਆ, ਫਿਰ ਮਹਾਮੰਤਰੀ ਨੂੰ ਪੁੱਛਿਆ। ਦੱਸੋ ਮੰਤਰੀ ਜੀ, ਤੁਹਾਡਾ ਕੀ ਵਿਚਾਰ ਹੈ? ਸ਼ਕਲ ਤੋਂ ਕਿਸੇ ਦੇ ਗੁਣਾਂ ਦਾ ਪਤਾ ਨਹੀਂ ਚੱਲਦਾ ਮਹਾਰਾਜ, ਫਿਰ ਵੀ ਤੁਸੀਂ ਆਜ਼ਮਾ ਸਕਦੇ ਹੋ। ਰਾਜੇ ਨੇ ਵੀ ਸੋਚਿਆ ਕਿ ਜਦੋਂ ਉਹ ਕਹਿ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਬੰਦਾ ਕੰਮਦਾ ਹੋਵੇ। ਇਹੀ ਸੋਚ ਕੇ ਰਾਜੇ ਨੇ ਕਿਹਾ, ਠੀਕ ਹੈ, ਅਸੀਂ ਤੈਨੂੰ ਵੀ ਇੱਕ ਅਸ਼ਰਫੀ ਦਿਹਾੜੀ ਉੱਤੇ ਰੱਖਨੇ ਆ। ਧੰਨਵਾਦ ਮਹਾਰਾਜ। ਕਰਮਵੀਰ ਬਹੁਤ ਖੁਸ਼ ਹੋਇਆ। ਬਿਨਾਂ ਕੰਮ ਕੀਤੇ ਹਰ ਰੋਜ਼ ਇੱਕ ਅਸ਼ਰਫੀ ਜੋ ਮਿਲਣੀ ਸੀ। ਰਾਜ ਦਰਬਾਰ ਦੇ ਖਾਸ ਲੋਕਾਂ ਵਿੱਚ ਉਸ ਦੀ ਗਿਣਤੀ ਹੋਣ ਲੱਗੀ। ਕੁਝ ਦਿਨ ਐਦਾਂ ਹੀ ਚੱਲਦਾ ਰਿਹਾ, ਪਰ ਇੱਕ ਦਿਨ ਉਸ ਦੀ ਸ਼ਾਮਤ ਆਈ। ਦੁਸ਼ਮਣ ਦੇਸ਼ ਦੇ ਰਾਜੇ ਨੇ ਸਾਡੇ ਉੱਤੇ ਤਾਵਾ ਬੋਲ ਦਿੱਤਾ ਹੈ। ਉਹ ਦੁਸ਼ਮਣ ਰਾਜਾ ਬਹੁਤ ਹੀ ਸ਼ਕਤੀਸ਼ਾਲੀ ਹੈ ਤੇ ਉਸ ਦੀ ਸੈਨਾ ਵੀ ਬਹੁਤ ਹੀ ਵੱਡੀ ਹੈ, ਪਰ ਸਾਡੀ ਸੈਨਾ ਉਸ ਦੀ ਤੁਲਨਾ ਵਿੱਚ ਬਹੁਤ ਹੀ ਛੋਟੀ ਹੈ। ਅਸੀਂ ਉਹਦਾ ਮੁਕਾਬਲਾ ਕਿਸ ਤਰ੍ਹਾਂ ਕਰਾਂਗੇ? ਸਾਰੇ ਮੰਤਰੀਆਂ ਅਤੇ ਦਰਬਾਰੀਆਂ ਨੂੰ ਸਲਾਹ ਦੇਣ ਦੇ ਲਈ ਕਿਹਾ ਗਿਆ। ਸਾਰੇ ਮੰਤਰੀਆਂ ਨੇ ਆਪਸ ਵਿੱਚ ਸਲਾਹ ਕਰਕੇ ਕਿਹਾ, ਮਹਾਰਾਜ, ਸਾਨੂੰ ਕਰਮਵੀਰ ਦੀ ਮਦਦ ਲੈਣੀ ਚਾਹੀਦੀ ਹੈ। ਉਹ ਇਹ ਕੰਮ ਕਰ ਸਕਦਾ ਹੈ। ਜੋ ਕੰਮ ਕੋਈ ਨਾ ਕਰ ਸਕੇ ਉਹ ਕਰ ਸਕੇਗਾ। ਇਹ ਕਿਹਾ ਸੀ ਨਾ ਉਸਨੇ। ਉਹ ਹਾਂ, ਚੰਗਾ ਯਾਦ ਦਿਲਾਇਆ। ਕਰਮਵੀਰ ਨੂੰ ਫੌਰਨ ਹਾਜ਼ਰ ਕੀਤਾ ਜਾਵੇ। ਅਚਾਨਕ ਰਾਜੇ ਦੀ ਸਾਰੀ ਪਰੇਸ਼ਾਨੀ ਦੂਰ ਹੋ ਗਈ। ਰਾਜੇ ਦੇ ਹੁਕਮ ਨਾਲ ਕਰਮਵੀਰ ਨੂੰ ਹਾਜ਼ਰ ਕੀਤਾ ਗਿਆ। ਕਰਮਵੀਰ, ਦੁਸ਼ਮਣ ਰਾਜ ਦੀ ਸੈਨਾ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਹੈ। ਇਸ ਸੰਕਟ ਤੋਂ ਫੌਰਨ ਆਪਣੇ ਰਾਜ ਨੂੰ ਬਚਾ। ਇਹ ਸੁਣਦੇ ਹੀ ਕਰਮਵੀਰ ਦਾ ਕਾਲਜਾ ਫਟ ਗਿਆ। ਲੱਗਿਆ ਕਿ ਉਸ ਦਾ ਅੰਤ ਨੇੜੇ ਹੀ ਹੈ, ਪਰ ਉਸਨੇ ਕਿਸੇ ਦੇ ਵੀ ਸਾਹਮਣੇ ਆਪਣੀ ਕਮਜ਼ੋਰੀ ਜ਼ਾਹਿਰ ਨਹੀਂ ਕੀਤੀ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗਿਆ। ਮਹਾਰਾਜ, ਮੈਂ ਪੂਰੀ ਸੈਨਾ ਨੂੰ ਮਸਲ ਕੇ ਰੱਖ ਦੇਵਾਂਗਾ। ਤੁਸੀਂ ਬਿਲਕੁਲ ਚਿੰਤਾ ਨਾ ਕਰਿਓ। ਤੁਸੀਂ ਕੱਲ ਸਵੇਰੇ ਵੇਖਿਓ ਕਿ ਕਿਸ ਤਰ੍ਹਾਂ ਮੈਂ ਦੁਸ਼ਮਣ ਦੀ ਸੈਨਾ ਨੂੰ ਭਜਾਉਂਦਾ ਹਾਂ। ਕਰਮਵੀਰ ਦੇ ਭਰੋਸਾ ਦਿੰਦੇ ਹੀ ਰਾਜੇ ਦੀ ਜਾਨ ਵਿੱਚ ਜਾਨ ਆਈ। ਪਰ ਕਰਮਵੀਰ ਦੀ ਹਾਲਤ ਬਹੁਤ ਖਰਾਬ ਸੀ। ਉਸਨੇ ਮਹਾਰਾਜ ਦੇ ਸਾਹਮਣੇ ਵੱਡੀਆਂ-ਵੱਡੀਆਂ ਗੱਲਾਂ ਤੇ ਕਰ ਦਿੱਤੀਆਂ, ਪਰ ਸੈਨਾ ਨਾਲ ਲੜਨ ਦਾ ਖਿਆਲ ਆਉਂਦੇ ਹੀ ਪਸੀਨੇ ਛੁੱਟਣ ਲੱਗੇ, ਮਨ ਹੀ ਮਨ। ਲੱਗਦਾ ਹੈ ਹੁਣ ਇੱਥੋਂ ਭੱਜਣ ਦਾ ਵੇਲਾ ਆ ਗਿਆ ਹੈ। ਅੱਜ ਰਾਤ ਨੂੰ ਹੀ ਮੈਂ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਭੱਜ ਜਾਵਾਂਗਾ ਤੇ ਸਵੇਰਾ ਹੁੰਦੇ ਹੁੰਦੇ ਇਸ ਰਾਜੇ ਤੋਂ ਦੂਰ ਨਿਕਲ ਜਾਵਾਂਗਾ। ਸਵੇਰ ਹੁੰਦੇ ਹੀ ਰਾਜੇ ਨੇ ਉਸ ਨੂੰ ਯਾਦ ਕੀਤਾ। ਦੁਸ਼ਮਣ ਦਾ ਨਿਪਟਾਰਾ ਕਰਨ ਦੀ ਯੋਜਨਾ ਬਣਾਉਣ ਲਈ। ਪਰ ਪਹਿਰੇਦਾਰ ਨੇ ਆ ਕੇ ਦੱਸਿਆ ਕਿ ਰਾਜ ਮਹਿਲ ਵਿੱਚ ਕਿਤੇ ਵੀ ਕਰਮਵੀਰ ਨਹੀਂ ਆ। ਮਹਾਰਾਜ, ਅਸੀਂ ਰਾਜ ਮਹਿਲ ਦਾ ਚੱਪਾ ਛਾਨ ਮਾਰਿਆ, ਪਰ ਕਰਮਵੀਰ ਕਿੱਥੇ ਵੀ ਨਹੀਂ ਮਿਲਿਆ। ਇਹ ਕਿਵੇਂ ਹੋ ਸਕਦਾ ਹੈ? ਉਸਨੇ ਸਾਡੇ ਨਾਲ ਧੋਖਾ ਕੀਤਾ ਹੈ। ਉਹਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਤੇ ਜਿਹੜਾ ਵੀ ਉਹਦੀ ਕੋਈ ਖਬਰ ਦੇਵੇਗਾ ਉਹਨੂੰ ਮੂੰਹ ਮੰਗੀ ਇਨਾਮ ਦਿੱਤਾ ਜਾਵੇਗਾ। ਫਿਰ ਮਜਬੂਰੀ ਵਿੱਚ ਰਾਜੇ ਨੇ ਆਪਣੀ ਸੈਨਾ ਨੂੰ ਮੋਰਚੇ ਤੇ ਭੇਜ ਦਿੱਤਾ। ਇੱਥੇ ਕਰਮਵੀਰ ਚਲਦੇ ਜੰਗਲ ਵਿੱਚ ਆ ਗਿਆ। ਉਸ ਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਸੀ। ਉਸਨੇ ਸੋਚਿਆ ਕਿ ਆਪਣੇ ਨਾਲ ਉਹ ਜਿਹੜੀਆਂ 3 ਰੋਟੀਆਂ ਲਿਆਇਆ ਹੈ ਉਹਦੇ ਵਿੱਚੋਂ ਇੱਕ ਅੱਧੀ ਖਾ ਲਵੇ। ਇਹੀ ਸੋਚ ਕੇ ਉਹ ਨੇੜੇ ਦੇ ਕੂਏ ਦੇ ਉੱਤੇ ਬਹਿ ਗਿਆ ਤੇ ਪੋਟਲੀ ਖੋਲ ਲਈ। ਰੋਟੀਆਂ ਤੇ 3 ਨੇ, ਪਤਾ ਨਹੀਂ ਅਜੇ ਹੋਰ ਕਿੰਨਾ ਸਫ਼ਰ ਕਰਨਾ ਪਊਗਾ। ਇਹੀ ਸੋਚ ਕੇ ਉਹ ਬਾਰ-ਬਾਰ ਕਹਿਣ ਲੱਗਿਆ, 1 ਖਾਵਾਂ, 2 ਖਾਵਾਂ ਜਾਂ 3 ਹੀ ਖਾ ਲਵਾਂ। ਉਹ ਬਾਰ-ਬਾਰ ਇਹੀ ਕਹੇ ਜਾ ਰਿਹਾ ਸੀ। ਜਿਸ ਕੂਏ ਦੇ ਉੱਤੇ ਉਹ ਬੈਠਿਆ ਸੀ, ਉਸ ਕੂਏ ਵਿੱਚ 3 ਪਰੀਆਂ ਰਹਿੰਦੀਆਂ ਸਨ। ਕਰਮਵੀਰ ਦੀ ਗੱਲ ਸੁਣ ਕੇ ਉਹ ਪਰੀਆਂ ਡਰ ਗਈਆਂ ਕਿ ਕੌਣ ਆ ਗਿਆ ਹੈ ਸਾਨੂੰ ਖਾਣ ਵਾਸਤੇ। ਇਹ ਕੌਣ ਹੈ ਜੋ ਸਾਨੂੰ ਖਾਣ ਦੀ ਗੱਲ ਕਰਦਾ ਪਿਆ? ਚਲੋ ਚੱਲ ਕੇ ਉਹਦੇ ਨਾਲ ਗੱਲ ਕਰੀਏ। ਉਹ ਕੂਏ ਤੋਂ ਬਾਹਰ ਆਈ ਤੇ ਕਰਮਵੀਰ ਨੂੰ ਕਹਿਣ ਲੱਗੀ, ਹੇ ਮੁਸਾਫਰ, ਅਸੀਂ ਭਲਾ ਤੇਰਾ ਕੀ ਵਿਗਾੜਿਆ? ਤੂੰ ਸਾਨੂੰ ਕਿਉਂ ਖਾਣਾ ਚਾਹੁੰਦਾ? ਕਰਮਵੀਰ ਨੂੰ ਪਹਿਲਾਂ ਕੁਝ ਸਮਝ ਨਹੀਂ ਆਇਆ, ਪਰ ਬਾਅਦ ਵਿੱਚ ਉਹ ਮਾਜਰਾ ਸਮਝ ਗਿਆ ਤੇ ਬੋਲਿਆ, ਨਹੀਂ, ਮੈਂ ਜ਼ਰੂਰ ਖਾਵਾਂਗਾ। ਵੇਖ ਮੁਸਾਫਿਰ, ਇਹ ਚੰਗੀ ਗੱਲ ਨਹੀਂ। ਕਿਉਂ ਖਾਣਾ ਚਾਹੁੰਦਾ ਹੈ? ਚੰਗਾ ਬੁਰਾ ਮੈਂ ਨਹੀਂ ਜਾਣਦਾ, ਮੈਂ ਤੇ ਬਸ ਖਾਵਾਂਗਾ। ਵੇਖ ਮੁਸਾਫਿਰ, ਜੇ ਤੂੰ ਸਾਨੂੰ ਨਾ ਖਾਣ ਦਾ ਵਾਅਦਾ ਕਰੇ ਫਿਰ ਅਸੀਂ ਤੈਨੂੰ ਕੁਝ ਅਨਮੋਲ ਚੀਜ਼ਾਂ ਵੀ ਦੇ ਸਕਦੇ ਹਾਂ। ਕਿਹੜੀਆਂ ਅਨਮੋਲ ਚੀਜ਼ਾਂ? ਆ ਲੈ, ਇਹ 2 ਪਰ ਨੇ। ਇਹਨੂੰ ਸਿਰ ਤੇ ਲਾ ਕੇ ਤੂੰ ਜਿੱਥੇ ਵੀ ਚਾਹੇ ਉੱਡ ਕੇ ਜਾ ਸਕਦਾ ਹੈ। ਆ ਲੈ ਕਰਾਮਾਤੀ ਚੱਦਰ, ਇਹਨੂੰ ਲਪੇਟ ਕੇ ਤੂੰ ਸਾਰਿਆਂ ਨੂੰ ਵੇਖ ਸਕੇਗਾ, ਪਰ ਤੈਨੂੰ ਕੋਈ ਨਹੀਂ ਵੇਖ ਸਕੇਗਾ। ਆ ਲੈ, ਇਹ ਜਾਦੂਈ ਤਲਵਾਰ। ਇਸ ਨੂੰ ਹੱਥ ਵਿੱਚ ਲੈਂਦੇ ਹੀ ਇਹ ਆਪਣੇ ਆਪ ਹੀ ਚੱਲਣ ਲੱਗ ਪਏਗੀ ਤੇ ਦੁਸ਼ਮਣਾਂ ਨੂੰ ਟਿਕਣ ਨਹੀਂ ਦੇਵੇਗੀ। ਹੁਣ ਕਰਮਵੀਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਸਨੇ ਪਰੀਆਂ ਕੋਲੋਂ ਸਾਰੀਆਂ ਚੀਜ਼ਾਂ ਲੈ ਲਿੱਤੀ, ਪਰ ਸਰ ਉੱਤੇ ਲਾਇਆ, ਚੱਦਰ ਲਪੇਟੀ, ਤਲਵਾਰ ਹੱਥ ਵਿੱਚ ਲਈ ਅਤੇ ਕਿਹਾ, ਮੈਂ ਦੁਸ਼ਮਣਾਂ ਦੇ ਵਿਚਕਾਰ ਜਾਣਾ ਚਾਹੁੰਦਾ ਹਾਂ। ਇਹ ਕਹਿੰਦੇ ਹੀ ਉਹ ਜੰਗ ਦੇ ਮੈਦਾਨ ਵਿੱਚ ਪਹੁੰਚ ਗਿਆ, ਜਿੱਥੇ ਦੁਸ਼ਮਣ ਦੀ ਸੈਨਾ ਨੇ ਇਹਨਾਂ ਦੀ ਸੈਨਾ ਦੀ ਹਾਲਤ ਖਰਾਬ ਕਰ ਦਿੱਤੀ ਸੀ। ਪਰ ਕਰਮਵੀਰ ਦੇ ਪਹੁੰਚਦੇ ਹੀ ਜੰਗ ਦਾ ਪਾਸਾ ਹੀ ਪਲਟ ਗਿਆ ਤੇ ਦੁਸ਼ਮਣਾਂ ਦੀ ਸੈਨਾ ਵਿੱਚ ਹਾਹਾਕਾਰ ਮਚ ਗਿਆ।
ਲੱਗਦਾ ਹੈ ਇਸ ਰਾਜੇ ਦੀ ਮਦਦ ਦੇ ਵਾਸਤੇ ਕੋਈ ਭੂਤ ਪ੍ਰੇਤ ਜਾਂ ਜਿੰਨ ਆ ਗਿਆ ਹੈ। ਜਿਵੇਂ ਹੀ ਸੈਨਾ ਵਿੱਚ ਇਹ ਅਫਵਾਹ ਫੈਲੀ, ਦੁਸ਼ਮਣ ਦੀ ਸੈਨਾ ਦੇ ਸਾਰੇ ਸੈਨਿਕ ਆਪਣੀ ਆਪਣੀ ਜਾਨ ਬਚਾ ਕੇ ਭੱਜ ਗਏ। ਇੱਥੇ ਮਹਾਰਾਜ ਨੂੰ ਜਦੋਂ ਪਤਾ ਚੱਲਿਆ ਕਿ ਜਿੱਤ ਸਾਡੀ ਹੋਈ ਹੈ ਤੇ ਕਿਸੇ ਅਲੌਕਿਕ ਸ਼ਕਤੀ ਨੇ ਸਾਡੀ ਮਦਦ ਕੀਤੀ ਹੈ, ਤਾਂ ਰਾਜਾ ਤੇ ਦਰਬਾਰੀ ਸਾਰੇ ਹੈਰਾਨ ਹੋ ਗਏ। ਇਹ ਚਮਤਕਾਰ ਹੋਇਆ ਕਿਸ ਤਰ੍ਹਾਂ ਤੇ ਕਿਸ ਅਲੌਕਿਕ ਸ਼ਕਤੀ ਨੇ ਸਾਡੀ ਮਦਦ ਕੀਤੀ? ਉਦੋਂ ਹੀ ਕਰਮਵੀਰ ਆਪਣੀ ਤਲਵਾਰ ਘੁਮਾਉਂਦਾ ਹੋਇਆ ਰਾਜ ਦਰਬਾਰ ਵਿੱਚ ਪਹੁੰਚਿਆ। ਮਹਾਰਾਜ ਦੀ ਜੈ ਹੋਵੇ, ਜਿੱਤ ਸਾਡੀ ਹੋਈ ਹੈ। ਸਿੰਘਾਸਨ ਛੱਡ ਕੇ ਸਵਾਗਤ ਕੀਤਾ। ਆ ਜਾ ਕਰਮਵੀਰ, ਤੇ ਉਹ ਅਲੌਕਿਕ ਸ਼ਕਤੀ ਤੂੰ ਸੀ? ਸਾਰੇ ਦਰਬਾਰੀ ਉਹਦੇ ਸਨਮਾਨ ਵਿੱਚ ਉੱਠ ਖੜੇ ਹੋਏ। ਫਿਰ ਰਾਜੇ ਨੇ ਆਪਣੀ ਧੀ ਦਾ ਵਿਆਹ ਕਰਮਵੀਰ ਨਾਲ ਕਰਨ ਦੀ ਘੋਸ਼ਣਾ ਕੀਤੀ। ਮੈਂ ਆਪਣੀ ਧੀ ਦਾ ਵਿਆਹ ਕਰਮਵੀਰ ਨਾਲ ਕਰਵਾਵਾਂਗਾ। ਹੁਣ ਕਰਮਵੀਰ ਦੀਆਂ ਸਾਰੀਆਂ ਉਂਗਲੀਆਂ ਘਿਓ ਵਿੱਚ ਸਨ। ਫਿਰ ਉਸ ਦਾ ਵਿਆਹ ਰਾਜਕੁਮਾਰੀ ਨਾਲ ਹੋ ਗਿਆ। ਪਰ ਹੁਣ ਉਹ ਜ਼ਿੰਮੇਦਾਰ ਬਣ ਗਿਆ ਸੀ ਤੇ ਗੱਪਾਂ ਹਾਂਕਣਾ ਵੀ ਛੱਡ ਦਿੱਤਾ ਸੀ। ਹੁਣ ਉਹ ਸਿਰਫ ਨਾਂ ਦਾ ਹੀ ਨਹੀਂ, ਬਲਕਿ ਕੰਮ ਦਾ ਵੀ ਕਰਮਵੀਰ ਬਣ ਗਿਆ ਸੀ।